ਕਈ ਭਰਾਵਾਂ ਦੇ ਚਿਹਰੇ ਦੇ ਉੱਤੇ ਦਾੜੀ ਨਹੀਂ ਆਉਂਦੀ, ਸੀਨਾ ਅੱਗੇ ਨੂੰ ਵਧਿਆ ਹੋਇਆ ਹੁੰਦਾ ਹੈ ਤੇ ਆਵਾਜ਼ ਬਰੀਕ ਹੁੰਦੀ ਏ। ਮੇਰੇ ਇਹਨਾਂ ਭਰਾਵਾਂ ਨੂੰ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਮਾਮਲਾਤ ਦੇ ਨਾਲ ਜੰਗ ਲੜਨੀ ਪੈਂਦੀ ਏ ਜਾਂ ਕੀ ਮਸਲੇ ਮਸਾਲੇ ਇਹਨਾਂ ਨਾਲ ਬਣ ਸਕਦੇ ਨੇ, ਇਹਦਾ ਹੱਲ ਕੀ ਹੋਏਗਾ, ਕਿਹੜੀਆਂ ਕੁਦਰਤੀ ਚੀਜ਼ਾਂ ਖਾਣਗੇ ਤੇ ਅੱਲਾ ਦੀ ਰਹਿਮਤ ਨਾਲ ਬਿਹਤਰੀ ਲਾ ਸਕਦੇ ਨੇ, ਕਿਹੜਾ ਕੁਦਰਤੀ ਦੇਸੀ ਚੀਜ਼ਾਂ ਦਾ ਟੋਟਕਾ ਫਾਰਮੂਲਾ ਹੈ ਜਿਹਦੇ ਨਾਲ ਅੱਲਾ ਕਰਮ ਕਰੇਗਾ, ਜਾਂ ਕਿਹੜਾ ਕੋਈ ਟੈਸਟ ਹੈਗਾ ਕਿ ਜਿਹਦੇ ਤੋਂ ਬਾਅਦ ਅਸੀਂ ਪ੍ਰੋਪਰ ਸਹੀ ਤਰੀਕੇ ਦੇ ਨਾਲ ਦਰੁਸਤ ਪਟੜੀ ਤੇ ਚੜ੍ਹ ਸਕਦੇ ਹਾਂ, ਕਿਆ ਇਹਦਾ ਇਲਾਜ ਮੁਮਕਿਨ ਹੈ ਜਾਂ ਨਹੀਂ ਹੈ। ਇਹਨਾਂ ਸਾਰੇ ਮਾਮਲਾਤ ਨੂੰ ਅੱਜ ਦੀ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਸਮ ਦੇ ਵਿੱਚ ਦੋ ਤਰ੍ਹਾਂ ਦੇ ਹਾਰਮੋਨਸ ਹੁੰਦੇ ਨੇ ਜਿਨ੍ਹਾਂ ਦਾ ਬੈਲੈਂਸ ਤੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਜਿਸਮ ਦੇ ਵਿੱਚ ਟੈਸਟੋਸਟੇਰੋਨ ਦਾ ਲੈਵਲ ਘਟ ਜਾਏ ਤੇ ਮੇਰੇ ਬਹੁਤ ਸਾਰੇ ਭਰਾਵਾਂ ਦੇ ਨਾਲ ਇਸ ਤਰ੍ਹਾਂ ਦੇ ਮਸਲੇ ਬਣਦੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਜਾਂ ਸੀਨਾ ਅੱਗੇ ਨੂੰ ਵੱਧ ਜਾਏਗਾ, ਜਾਂ ਜਨਾਬ ਚਿਹਰੇ ਤੇ ਦਾੜੀ ਨਹੀਂ ਆਏਗੀ, ਆਵਾਜ਼ ਬਰੀਕ ਹੋ ਜਾਏਗੀ। ਅਗਰ ਮੇਰੇ ਕਿਸੇ ਭਰਾ ਦੇ ਨਾਲ ਟੈਸਟੋਸਟੇਰੋਨ ਘੱਟ ਹੋਣ ਦਾ ਮਸਲਾ ਹੈ ਤੇ ਜਦੋਂ ਬਲੂਗਤ ਦੇ ਅਯਾਮ ਸ਼ੁਰੂ ਹੁੰਦੇ ਨੇ, ਯਾਨੀ ਕਿ 14-15 ਸਾਲ ਦੀ ਉਮਰ ਦੇ ਵਿੱਚ 20 ਸਾਲ ਤੱਕ ਉਹਨਾਂ ਦੇ ਨਾਲ ਇਹ ਮਸਲੇ ਮਸਾਇਲ ਕੁਝ ਜ਼ਿਆਦਾ ਬਣਦੇ ਨੇ। ਜਿਸਮ ਦੇ ਵਿੱਚ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ, ਜਿਸਮ ਜਾਂ ਬੇਤੁਕਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਾਂ ਜਿਸਮ ਬੇਤੁਕਾ ਲੰਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮੇਰੇ ਭਰਾਵਾਂ ਨੂੰ ਬੁੱਢੇ ਵੇਲੇ ਯਾਨੀ ਕਿ ਜਦੋਂ ਉਮਰ ਜ਼ਿਆਦਾ ਹੋ ਜਾਏਗੀ ਉਦੋਂ ਵੀ ਮਸਲੇ ਮਸਾਇਲ ਕੁਝ ਜ਼ਿਆਦਾ ਬਣ ਜਾਂਦੇ ਨੇ। ਅਗਰ ਮੇਰੇ ਕਿਸੇ ਭਰਾ ਨੂੰ ਇਸ ਤਰ੍ਹਾਂ ਦਾ ਮਸਲਾ ਹੈ ਤੇ ਉਹਨੂੰ ਇੱਕ ਖਾਸ ਕਿਸਮ ਦੇ ਟੈਸਟ ਕਰਵਾਉਣ ਦੀ ਜ਼ਰੂਰਤ ਹੈ, ਜਿਹੜੇ ਮੈਂ ਕਮੈਂਟ ਦੇ ਵਿੱਚ ਤੁਹਾਨੂੰ ਲਿਖ ਦਿੱਤੇ ਨੇ। ਇਹਨਾਂ ਨੂੰ ਟੈਸਟਾਂ ਨੂੰ ਕਰਵਾਓਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਫੈਸਲਾ ਕਰ ਪਾਵਾਂਗੇ ਕਿ ਆਇਆ ਕਿ ਇਸ ਤਰ੍ਹਾਂ ਦੇ ਮਰੀਜ਼ ਨੂੰ ਸਰਜਰੀ ਕਰਵਾਉਣੀ ਚਾਹੀਦੀ ਹੈ ਜਾਂ ਨਹੀਂ। ਅਗਰ ਮੇਰੇ ਕਿਸੇ ਭਰਾ ਨੂੰ ਸਰਜਰੀ ਕਰਵਾਉਣ ਦੀ ਜ਼ਰੂਰਤ ਹੋਵੇ ਤੇ ਬੇਫਿਕਰ ਹੋ ਕੇ ਕੋਈ ਅੱਛਾ ਜਿਹਾ ਆਪਣੇ ਮੁਤਲਕਾ ਡਾਕਟਰ ਦੇ ਨਾਲ ਰਾਬਤਾ ਕਰਕੇ ਤੇ ਸਰਜਰੀ ਕਰਵਾ ਲਿਆ ਜੇ, ਅੱਲਾ ਕਰਮ ਕਰ ਦੇਗਾ। ਅਗਰ ਕਿਸੇ ਮੇਰੇ ਭਰਾ ਨੂੰ ਸਰਜਰੀ ਟੈਸਟਾਂ ਤੋਂ ਬਾਅਦ ਪਤਾ ਚੱਲੇ ਕਿ ਜਨਾਬ ਟੈਸਟਾਂ ਤੋਂ ਇਹ ਸਰਜਰੀ ਕਰਵਾਉਣ ਤੋਂ ਬਗੈਰ ਹੀ ਮਸਲਾ ਠੀਕ ਹੋ ਸਕਦਾ ਹੈ ਤੇ ਫਿਰ ਮੇਰੀ ਗੱਲ ਧਿਆਨ ਨਾਲ ਸੁਣ ਲਿਆ ਜੇ। ਜਿਸਮ ਨੂੰ ਜ਼ਿੰਕ ਤੇ ਪ੍ਰੋਟੀਨ ਪੂਰਾ ਦੇ ਕੇ ਰੱਖਿਆ ਜੇ, ਅੱਲਾ ਤਾਲਾ ਕਰਮ ਕਰ ਦੇਗਾ। ਅਗਰ ਪ੍ਰੋਟੀਨ ਨੂੰ ਜਿਸਮ ਦੇ ਵਿੱਚ ਪੂਰਾ ਰੱਖਣਾ ਹੋਵੇ ਤੇ ਜਨਾਬ ਉਹਦੇ ਵਾਸਤੇ ਤੁਹਾਨੂੰ ਦੇਸੀ ਆਂਡੇ ਤੇ ਦਾਲਾਂ ਰੈਗੂਲਰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਰੱਖਿਆ ਜੇ, ਅੱਲਾ ਤਾਲਾ ਕਰਮ ਕਰ ਦੇਗਾ। ਦੂਸਰੇ ਨੰਬਰ ਦੇ ਉੱਤੇ ਜਿਸਮ ਦੇ ਵਿੱਚ ਜ਼ਿੰਕ ਨੂੰ ਪੂਰਾ ਰੱਖਿਆ ਜੇ। ਅਗਰ ਜਿਸਮ ਦੇ ਵਿੱਚ ਜ਼ਿੰਕ ਨੂੰ ਪੂਰਾ ਰੱਖਣਾ ਚਾਹੁੰਦੇ ਜੇ ਤੇ ਕੱਦੂ ਦੇ ਬੀ ਲੈ ਲਓ, ਉਹਨੂੰ ਕੁੱਟ ਕੇ ਪੀਸ ਕੇ ਸਫੂ ਬਣਾ ਕੇ ਰੱਖ ਲਿਆ ਜੇ। 1 ਚਮਚ ਸਵੇਰ 1 ਚਮਚ ਸ਼ਾਮ ਨੂੰ ਰੈਗੂਲਰ ਖਾਣੀ ਸ਼ੁਰੂ ਕਰਿਆ ਜੇ, ਅੱਲਾ ਤਾਲਾ ਕਰਮ ਕਰ ਦੇਗਾ। ਸਿਰਫ ਕੱਦੂ ਦੇ ਬੀ ਨਮਕ ਦੇ ਵਿੱਚ ਭੁੱਜੇ ਹੋਏ ਨਾ ਹੋਣ ਜਾਂ ਕਿਸੇ ਤੇਲ ਜਾਂ ਆਇਲ ਦੇ ਵਿੱਚ ਭੁੰਨੇ ਹੋਏ ਨਾ ਹੋਣ, ਬਿਲਕੁਲ ਉਸੇ ਤਰ੍ਹਾਂ ਲੈ ਕੇ ਉਹਨੂੰ ਕਿਸੇ ਵੀ ਲੋਹੇ ਦੇ ਬਰਤਨ ਦੇ ਉੱਤੇ ਉਹਨੂੰ ਹਲਕਾ ਜਿਹਾ ਸੇਕ ਦੇ ਕੇ ਭੁੰਨ ਲਿਆ ਜੇ। ਭੁੰਨਣ ਤੋਂ ਬਾਅਦ ਉਹਦਾ ਸਫੂ ਬਣਾ ਕੇ ਰੱਖ ਲਿਆ ਜੇ, ਰੈਗੂਲਰ ਇਸਤੇਮਾਲ ਕਰਿਆ ਜੇ। ਤੇ ਨੀਂਦ ਜਿਹੜੀ ਹੈ ਨਾ ਉਹ ਬੜੀ ਖਾਸ ਹੁੰਦੀ ਹੈ ਇਸ ਤਰ੍ਹਾਂ ਦੇ ਮੇਰੇ ਭਰਾਵਾਂ ਵਾਸਤੇ। ਆਪਣੀ ਨੀਂਦ ਪ੍ਰੋਪਰ 8 ਘੰਟੇ ਲਗਾਤਾਰ ਰੋਜ਼ਾਨਾ ਪੂਰੀ ਕਰਿਆ ਕਰੋ, ਅੱਲਾ ਕਰਮ ਕਰ ਦੇਗਾ। ਅਗਰ ਟੈਸਟ ਤੋਂ ਬਾਅਦ ਪਤਾ ਲੱਗੇ ਕਿ ਜਨਾਬ ਅਸੀਂ ਕੁਦਰਤੀ ਖੁਰਾਕਾਂ ਦੇ ਨਾਲ ਆਪਣੇ ਮਸਲੇ ਨੂੰ ਹੱਲ ਕਰ ਸਕਦੇ ਹਾਂ, ਜਨਾਬ ਔਲਾਦ ਨਹੀਂ ਹੋਣਦੀ, ਚਿਹਰੇ ਤੇ ਦਾੜੀ ਦੇ ਵਾਲ ਲਿਆਉਣਾ ਚਾਹ ਰਹੇ ਨੇ, ਆਵਾਜ਼ ਨੂੰ ਠੀਕ ਕਰਨਾ ਚਾਹ ਰਹੇ ਨੇ, ਜਾਂ ਟੈਸਟੋਸਟੇਰੋਨ ਦੇ ਜਿਹੜੇ ਮਾਮਲਾਤ ਹੁੰਦੇ ਨੇ ਉਹਨਾਂ ਨੂੰ ਠੀਕ ਰੱਖਣਾ ਚਾਹੁੰਦੇ ਨੇ ਤੇ ਕੁਦਰਤੀ ਚੀਜ਼ਾਂ ਦੇ ਨਾਲ ਜਿਨ੍ਹਾਂ ਦੇ ਨਾਲ ਟੈਸਟੋਸਟੇਰੋਨ ਦਾ ਲੈਵਲ ਵੱਧਦਾ ਹੈ, ਨੁਸਖਾ ਨੋਟ ਕਰ ਲਓ, ਅੱਲਾ ਕਰਮ ਕਰੇਗਾ। ਅਸ਼ਵਗੰਧਾ, ਮੂਸਲੀ ਸਫੇਦ ਤੇ ਸ਼ਲਜਮ ਦੇ ਬੀ, ਇਹ ਗੋਂਗਲੂ ਦੇ ਬੀ, ਤਿੰਨੇ ਚੀਜ਼ਾਂ ਹਮ ਵਜ਼ਨ ਲੈਣੀਆਂ ਜੇ। ਕੁੱਟ ਕੇ ਨਾ ਤੇ ਇਹ ਸਫੂ ਬਣਾ ਕੇ ਰੱਖ ਲਿਆ ਜੇ। ਅੱਧੀ ਚਮਚ ਸਵੇਰ ਅੱਧੀ ਚਮਚ ਸ਼ਾਮ ਰੈਗੂਲਰ ਖਾਣੀ ਸ਼ੁਰੂ ਕਰੋ, ਅੱਲਾ ਕਰਮ ਕਰੇਗਾ। ਲੇਕਿਨ ਆਖਰ ਦੇ ਉੱਤੇ ਮੈਂ ਗੱਲ ਫਿਰ ਜ਼ਰੂਰੀ ਕਰਾਂਗਾ ਕਿ ਆਪਣੀ ਖੁਰਾਕ ਦੇ ਵਿੱਚ ਦੇਸੀ ਆਂਡਾ ਤੇ ਦੁੱਧ ਨੂੰ ਨਾ ਛੱਡਿਆ ਜੇ, ਅੱਲਾ ਕਰਮ ਕਰ ਦੇਗਾ। ਦੁਆਵਾਂ ਦੀ ਦਰਖਾਸਤ ਹੋਏਗੀ। ਨਬੀ ਪਾਕ ਦੇ ਉੱਤੇ ਇੱਕ ਦਫਾ ਦਰੂਦ ਇਬਰਾਹੀਮ ਪੜ੍ਹ ਕੇ ਕਮੈਂਟ ਦੇ ਵਿੱਚ ਸੁਭਾਨ ਅੱਲਾ ਲਿਖ ਦਿਆ ਜੇ।